ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਤੇ ਸ਼ੁਰੂ ਕਰਦੇ ਹਾਂ ਜੀ ਅੱਜ ਦਾ ਪਹਿਲਾ ਪੋਡਕਾਸਟ। ਤੇ ਅੱਜ ਦਾ ਪੋਡਕਾਸਟ ਹੋਊਗਾ ਜੀ ਪੰਜਾਬੀ ਭਾਸ਼ਾ ਬਾਰੇ। ਤੇ ਸਭ ਤੋਂ ਪਹਿਲਾਂ ਮੈਂ ਇਹੀ ਕਹਿਣਾ ਚਾਹੁੰਦਾ ਕਿ ਪੰਜਾਬੀ ਪੜ੍ਹੋ, ਪੰਜਾਬੀ ਬੋਲੋ ਤੇ ਪੰਜਾਬੀ ਲਿਖੋ। ਤੇ ਪੰਜਾਬੀ ਭਾਸ਼ਾ ਦੇ ਅੱਜ ਦੇ ਟਾਈਮ ਦੇ ਵਿੱਚ ਬਹੁਤ ਮੁੱਦੇ ਆ ਤੇ ਕਿ ਪੰਜਾਬੀ ਭਾਸ਼ਾ ਨੂੰ ਖਤਰਾ ਆ। ਇਹ ਪੰਜਾਬੀ ਭਾਸ਼ਾ ਖਤਮ ਹੋ ਸਕਦੀ ਆ, ਇਹਨੂੰ ਸਾਂਭ ਲਓ, ਹੈ ਨਾ। ਤੇ ਕੀ ਇਹ ਮੁੱਦੇ ਸੱਚੀ ਆ ਜਾਂ ਮਤਲਬ ਆਪਣੇ ਸਿਰਫ ਇਹ ਮੁੱਦੇ ਹਾਈਲਾਈਟ ਕਰਨ ਲਈ ਕਿਸੇ ਨੇ ਆਪਣੇ ਆਪ ਨੂੰ ਮਸ਼ਹੂਰ ਕਰਨ ਦੇ ਲਈ ਚੱਕੇ ਆ, ਜਾਂ ਲੈਂਗੁਏਜ ਖਤਮ ਹੋ ਰਹੀ ਆ, ਸੱਚੀ ਦੇ ਵਿੱਚ ਖਤਮ ਹੋ ਰਹੀ ਆ, ਹੈ ਨਾ, ਜਾਂ ਇਹ ਫਿਊਚਰ ਦੇ ਵਿੱਚ ਖਤਮ ਹੋ ਜਾਵੇਗੀ, ਹੈ ਨਾ। ਤੇ ਇਹਦੇ 'ਤੇ ਚਰਚਾ ਕਰਦੇ ਹਾਂ। ਪਰ ਪੰਜਾਬੀ ਭਾਸ਼ਾ ਦੇ ਬਾਰੇ ਚਰਚਾ ਕਰਨ ਤੋਂ ਪਹਿਲਾਂ ਅਸੀਂ ਭਾਸ਼ਾ ਬਾਰੇ ਨੋਰਮਲ ਮਤਲਬ ਇਹ ਸਟਾਰਟ ਕਿੱਦਾਂ ਹੋਈ ਨਾ ਭਾਸ਼ਾ, ਕਿਸ ਨੇ ਕਿੱਦਾਂ ਇਹਦਾ ਇਜਾਦ ਕੀਤਾ, ਉਹਦੇ ਬਾਰੇ ਅਸੀਂ ਚਰਚਾ ਕਰਦੇ ਹਾਂ। ਤੇ ਕਿਹਾ ਜਾਂਦਾ ਕਿ ਜਿਹੜੀ ਭਾਸ਼ਾ ਆ ਉਹਦੀ ਜਿਹੜੀ ਐਵੋਲੂਸ਼ਨ ਆ ਉਹ ਹਿਊਮਨ ਐਵੋਲੂਸ਼ਨ ਦੇ ਨਾਲ ਹੀ ਹੋਈ ਆ, ਹੈ ਨਾ। ਤੇ ਜਿੱਦਾਂ ਜਿੱਦਾਂ ਬੰਦਾ ਵਿਕਸਿਤ ਹੁੰਦਾ ਗਿਆ ਉੱਦਾਂ ਉੱਦਾਂ ਭਾਸ਼ਾ ਵਿਕਸਿਤ ਹੁੰਦੀ ਗਈ, ਹੈ ਨਾ। ਤੇ ਕਿਹਾ ਜਾਂਦਾ ਕਿ ਜਿਹੜੀ ਭਾਸ਼ਾ ਆ ਉਹ ਸਭ ਤੋਂ ਪਹਿਲਾਂ ਜਿਹੜੇ ਹੋਮੋ ਇਰੈਕਟਸ ਸੀਗੇ ਨਾ, ਜਿਹੜੀ ਬੰਦੇ ਦੀ ਜਿਹੜੀ ਤੀਜੀ ਸਟੇਜ ਸੀ ਹੋਮੋ ਇਰੈਕਟਸ, ਉਹਨਾਂ ਨੇ ਭਾਸ਼ਾ ਦੀ ਵਰਤੋਂ ਕੀਤੀ, ਹੈ ਨਾ। ਤੇ ਸਭ ਤੋਂ ਪਹਿਲਾਂ ਉਹਨਾਂ ਨੇ ਹੱਥਾਂ ਦਾ ਯੂਜ਼ ਕੀਤਾ, ਹੈ ਨਾ। ਉਹਨਾਂ ਨੇ ਸਾਈਨ ਲੈਂਗੁਏਜ ਵਰਤਣੀ ਸ਼ੁਰੂ ਕੀਤੀ। ਤੇ ਜਦੋਂ ਵੀ ਕੋਈ ਉਹਨਾਂ ਨੇ ਕੋਈ ਗੱਲ ਕਰਨੀ ਹੁੰਦੀ ਸੀ ਇੱਕ ਦੂਜੇ ਦੇ ਨਾਲ, ਤੇ ਉਹ ਇਸ਼ਾਰਿਆਂ ਦੇ ਨਾਲ ਕਰਦੇ ਹੁੰਦੇ ਸੀਗੇ। ਜਿੱਦਾਂ ਅਸੀਂ ਦੇਖਿਆ ਹੁਣ ਆਪਣਾ ਕ੍ਰਿਕਟ ਦਾ ਜਿਹੜਾ ਮਤਲਬ ਗਰਾਊਂਡ ਹੁੰਦੀ ਆ, ਕ੍ਰਿਕਟ ਦੀ ਗਰਾਊਂਡ ਹੁੰਦੀ ਆ, ਉਹਦੇ ਵਿੱਚ ਜਦੋਂ ਮਤਲਬ ਬੋਲਰ ਨੇ ਫੀਲਡਰ ਨੂੰ ਗੱਲ ਕੋਈ ਕਹਿਣੀ ਹੁੰਦੀ ਆ, ਕਿਉਂਕਿ ਐਡੀ ਦੂਰ ਤੱਕ ਉਹਦੀ ਆਵਾਜ਼ ਨਹੀਂ ਜਾ ਸਕਦੀ ਨਾ, ਤੇ ਉਹ ਇਸ਼ਾਰਿਆਂ ਦੇ ਵਿੱਚ ਗੱਲ ਕਰਦਾ ਆ, ਤੇ ਉਹ ਹੁੰਦੀ ਆ ਸਾਈਨ ਲੈਂਗੁਏਜ, ਹੈ ਨਾ। ਤੇ ਇਸੇ ਤਰੀਕੇ ਦੇ ਨਾਲ ਸਭ ਤੋਂ ਪਹਿਲਾਂ ਬੰਦੇ ਨੇ ਸਾਈਨ ਲੈਂਗੁਏਜ ਵਰਤਣੀ ਸ਼ੁਰੂ ਕੀਤੀ, ਤੇ ਉਹਨੇ ਜਿਹੜੀਆਂ ਆਪਣੀਆਂ ਗੱਲਾਂ ਸੀਗੀਆਂ ਉਹ ਸਾਈਨ ਲੈਂਗੁਏਜ ਦੇ ਥਰੂ ਦੂਜਿਆਂ ਨੂੰ ਕਹਿਣੀਆਂ ਸ਼ੁਰੂ ਕੀਤੀਆਂ, ਹਨ। ਤੇ ਹੋਮੋ ਇਰੈਕਟਸ ਦੇ ਬਾਰੇ ਕਿਹਾ ਜਾਂਦਾ ਕਿ ਜਿਹੜੇ ਇਹਨਾਂ ਦਾ ਵੋਕਲ ਮੈਕੈਨਿਜ਼ਮ ਸੀਗਾ ਨਾ ਉਹ ਚਿੰਪੈਂਜੀਆਂ ਦੇ ਵਾਂਗੂ ਹੀ ਸੀਗਾ ਨਾ। ਤੇ ਫਿਰ ਜੇ ਅਸੀਂ ਗੱਲ ਕਰੀਏ ਸਾਈਨ ਲੈਂਗੁਏਜ ਦੀ, ਤੇ ਸਾਈਨ ਲੈਂਗੁਏਜ ਤੋਂ ਬਾਅਦ ਵਿੱਚ ਬੰਦੇ ਨੇ ਮਤਲਬ ਆਪਣੀ ਕੋਈ ਵੀ ਗੱਲ ਕਹਿਣ ਲਈ ਚਿੱਤਰ ਬਣਾਉਣੇ ਸ਼ੁਰੂ ਕਰ ਦਿੱਤੇ, ਹਨ। ਪੇਂਟਿੰਗ ਕਹਿ ਸਕਦੇ ਹਾਂ ਉਹਨੂੰ, ਤੇ ਸਿੰਬਲ ਕਹਿ ਸਕਦੇ ਹਾਂ, ਸਿੰਬਲ ਬਣਾਉਣੇ ਸ਼ੁਰੂ ਕਰ ਦਿੱਤੇ। ਤੇ ਜਦੋਂ ਵੀ ਕੋਈ ਇਨਫੋਰਮੇਸ਼ਨ ਪਾਸ ਕਰਨੀ ਤਾਂ ਉਹਨੇ ਸਿੰਬਲ ਬਣਾਉਣੇ ਜਾਂ ਉਹਨੇ ਇਸ਼ਾਰੇ ਕਰਨੇ, ਹਨ। ਤੇ ਇਹ ਦੋ ਤਰੀਕੇ ਹੋ ਗਏ। ਤੇ ਹੌਲੀ-ਹੌਲੀ ਇੰਝ ਹੀ ਚੱਲਦਾ ਗਿਆ। ਤੇ ਇਹ ਤੋਂ ਬਾਅਦ ਹੌਲੀ-ਹੌਲੀ ਫਿਰ ਬੰਦੇ ਨੇ ਆਪਣਾ ਦਿਮਾਗ ਲੜਾਇਆ ਤੇ ਹੌਲੀ-ਹੌਲੀ ਉਹਨੇ ਬੋਲਣਾ ਸ਼ੁਰੂ ਕੀਤਾ। ਜੋ ਉਹ ਚਿੱਤਰ ਬਣਾਉਂਦਾ ਸੀਗਾ ਜਾਂ ਜਿਹੜੇ ਉਹ ਇਸ਼ਾਰੇ ਕਰਦਾ ਸੀਗਾ, ਉਹਨੇ ਉਹਨਾਂ ਨੂੰ ਬੋਲਾਂ ਦੇ ਵਿੱਚ ਤਬਦੀਲ ਕੀਤਾ, ਹੈ ਨਾ। ਤੇ ਉਹਨੇ ਕਿੱਦਾਂ ਇਹ ਸ਼ੁਰੂ ਕੀਤਾ ਜਾਂ ਕੀ ਬੋਲਿਆ ਉਹਨੇ, ਉਹਦੇ ਬਾਰੇ ਅੱਜ ਤੱਕ ਕਿਸੇ ਨੂੰ ਨਹੀਂ ਪਤਾ ਹੈਗਾ। ਤੇ ਜੇ ਅਸੀਂ ਗੱਲ ਕਰੀਏ ਕਿ ਉਹਨੇ ਸਿਰਫ ਸ਼ਬਦਾਂ ਦੀ ਵਰਤੋਂ ਕੀਤੀ ਜਾਂ ਸਿਰਫ ਉਹਨੇ ਸਾਊਂਡਸ ਵਰਤੇ ਆ, ਤੇ ਜਾਂ ਉਹਨੇ ਮਿਕਸਚਰ ਵਰਤਿਆ, ਇਹਦੇ ਬਾਰੇ ਵੀ ਕੋਈ ਪੁਖਤਾ ਸਬੂਤ ਨਹੀਂ ਹੈਗੇ, ਹੈ ਨਾ। ਤੇ ਸਾਊਂਡ ਦੀ ਵੀ ਜੇ ਮੈਂ ਐਗਜ਼ਾਮਪਲ ਦੇਵਾਂ, ਜੇ ਅਸੀਂ ਫਿਲਮ ਦੇਖੀਏ ਨਾ, ਕਿਸੇ ਵੀ ਫਿਲਮ ਦੇ ਵਿੱਚ ਜਦੋਂ ਆਦੀਵਾਸੀਆਂ ਨੂੰ ਦਿਖਾਇਆ ਜਾਂਦਾ, ਹੈ ਨਾ, ਤਾਂ ਉਹਦੇ ਵਿੱਚ ਉਹ ਜਿਹੜੇ ਸਾਊਂਡ ਕੱਢਦੇ ਆ, ਜਿੱਦਾਂ ਹੁਣ ਬਾਹੂਬਲੀ ਫਿਲਮ ਸੀ ਨਾ, ਉਹ ਕੁਛ ਬੋਲਦਾ ਸੀਗਾ ਤੇ ਨਾਲ ਇੱਦਾਂ ਦੀਆਂ ਆਵਾਜ਼ਾਂ ਕੱਢਦਾ ਸੀਗਾ ਨਾ। ਤੇ ਹੋ ਸਕਦਾ ਇਸ ਤਰੀਕੇ ਦੀ ਕੋਈ ਲੈਂਗੁਏਜ ਹੋਵੇ ਕਿ ਉਹਦੇ ਵਿੱਚ ਸ਼ਬਦ ਵੀ ਹੋਣ ਤੇ ਜਿਹੜੇ ਇਹ ਸਾਊਂਡ ਆ ਉਹ ਵੀ ਹੋਣ, ਤੇ ਜਾਂ ਹੋ ਸਕਦਾ ਕਿ ਇਕੱਲੇ ਸ਼ਬਦ ਹੋਣ ਜਾਂ ਇਕੱਲੇ ਸਾਊਂਡ ਹੋਣ, ਹੈ ਨਾ। ਤੇ ਇਹਦੇ ਬਾਰੇ ਕੁਛ ਵੀ ਕਿਤੇ ਵੀ ਲਿਖਿਆ ਨਹੀਂ ਹੈਗਾ, ਤੇ ਇਹਦੇ ਬਾਰੇ ਕੋਈ ਜਾਣਕਾਰੀ ਵੀ ਨਹੀਂ ਹਜੇ ਤੱਕ ਮਿਲੀ ਹੈਗੀ ਕਿਸੇ ਨੂੰ, ਮਤਲਬ ਕੋਈ ਖੋਜ ਨਹੀਂ ਹੋਈ ਹੈਗੀ ਇਸ ਬਾਰੇ। ਤੇ ਜੇ ਅਸੀਂ ਗੱਲ ਕਰੀਏ ਸਭ ਤੋਂ ਪੁਰਾਣੀ ਲੈਂਗੁਏਜ ਦੀ, ਹੈ ਨਾ, ਤੇ ਦੁਨੀਆ 'ਤੇ ਸਭ ਤੋਂ ਪੁਰਾਣਾ ਰਿਟਨ ਟੈਕਸਟ ਜਿਹੜਾ ਆ ਉਹ ਰਿਗਵੇਦ ਆ, ਹੈ ਨਾ। ਤੇ ਰਿਗਵੇਦ ਲਿਖਿਆ ਗਿਆ ਸੰਸਕ੍ਰਿਤ ਦੇ ਵਿੱਚ। ਤੇ ਸੰਸਕ੍ਰਿਤ ਨੂੰ ਸਭ ਤੋਂ ਪੁਰਾਣੀਆਂ ਭਾਸ਼ਾਵਾਂ ਦੇ ਵਿੱਚੋਂ ਇੱਕ ਮੰਨਿਆ ਜਾਂਦਾ। ਤੇ ਜੇ ਅਸੀਂ ਸੰਸਕ੍ਰਿਤ ਤੋਂ ਇਲਾਵਾ ਜੇ ਹੋਰ ਭਾਸ਼ਾਵਾਂ ਦੀ ਗੱਲ ਕਰੀਏ ਤਾਂ ਤਾਮਿਲ ਸਭ ਤੋਂ ਪੁਰਾਣੀਆਂ ਭਾਸ਼ਾਵਾਂ ਦੇ ਵਿੱਚੋਂ ਆਉਂਦੀ ਆ। ਤੇ ਗਰੀਕ ਹੋ ਗਈ, ਗਰੀਸ ਦੀ ਲੈਂਗੁਏਜ, ਤੇ ਇਜਿਪਸ਼ੀਅਨ ਲੈਂਗੁਏਜ ਇਜਿਪਟ ਦੀ ਹੋ ਗਈ, ਤੇ ਹੀਬਰੂ ਲੈਂਗੁਏਜ ਇਜ਼ਰਾਈਲ ਦੀ ਲੈਂਗੁਏਜ ਹੋ ਗਈ, ਹੈ ਨਾ। ਤੇ ਇਹ ਜਿਹੜੀਆਂ ਕੁਛ ਕੁ ਲੈਂਗੁਏਜ ਆ ਇਹ ਸਭ ਤੋਂ ਪੁਰਾਣੀਆਂ ਭਾਸ਼ਾਵਾਂ ਮੰਨੀਆਂ ਗਈਆਂ, ਹਨ।
ਤੇ ਜੇ ਅਸੀਂ ਭਾਰਤ ਦੀ ਗੱਲ ਕਰੀਏ, ਤਾਂ ਭਾਰਤ ਦੀਆਂ 2 ਮੇਨ ਲੈਂਗੁਏਜ ਇਸ ਦੇ ਵਿੱਚ ਆਉਂਦੀਆਂ ਆ, ਤੇ ਉਹ ਹੈਗੀ ਆ ਆਪਣੀ ਸੰਸਕ੍ਰਿਤ ਤੇ ਤਾਮਿਲ। ਤੇ ਸੰਸਕ੍ਰਿਤ ਬੋਲੀ ਜਾਂਦੀ ਸੀਗੀ ਨਾਰਥ ਇੰਡੀਆ ਦੇ ਵਿੱਚ, ਤੇ ਜਿਹੜੀ ਆਪਣੀ ਤਾਮਿਲ ਬੋਲੀ ਜਾਂਦੀ ਸੀ ਸਾਊਥ ਇੰਡੀਆ ਦੇ ਵਿੱਚ, ਹੈ ਨਾ। ਤੇ ਲੋਕਾਂ ਨੂੰ ਜਿਹੜਾ ਭਾਸ਼ਾ ਦੇ ਆਧਾਰ 'ਤੇ ਵੰਡਿਆ ਜਾਂਦਾ ਸੀ, ਜਿੱਦਾਂ ਅੱਜ ਦੇ ਟਾਈਮ ਦੇ ਵਿੱਚ ਵੀ ਜਿਹੜੀਆਂ ਸਟੇਟਾਂ ਆ, ਉਹ ਭਾਸ਼ਾ ਦੇ ਆਧਾਰ 'ਤੇ ਹੀ ਵੰਡੀਆਂ ਗਈਆਂ, ਹੈ ਨਾ। ਤੇ ਉਸ ਟਾਈਮ 'ਤੇ ਵੀ ਜਿੱਦਾਂ ਜਿਹੜੇ ਸੰਸਕ੍ਰਿਤ ਬੋਲਦੇ ਸੀਗੇ, ਮਤਲਬ ਨਾਰਥ ਇੰਡੀਅਨ ਸੀਗੇ, ਉਹਨਾਂ ਨੂੰ ਆਰੀਅਨ ਰੇਸ ਦੇ ਲੋਕੀ ਕਿਹਾ ਗਿਆ, ਮਤਲਬ ਆਰੀਅਨ ਪੀਪਲ ਕਿਹਾ ਗਿਆ। ਤੇ ਜਿਹੜੇ ਸਾਊਥ ਇੰਡੀਅਨ ਸੀਗੇ, ਤੇ ਉਹਨਾਂ ਨੂੰ ਦ੍ਰਾਵਿਡੀਅਨ ਕਿਹਾ ਗਿਆ, ਹੈ ਨਾ। ਸੋ ਇਸ ਤਰੀਕੇ ਦੇ ਨਾਲ ਲੋਕਾਂ ਨੂੰ ਵੰਡਿਆ ਗਿਆ 2 ਤਰੀਕੇ ਦੇ ਨਾਲ। ਤੇ ਇਹ ਸੀਗੀਆਂ ਭਾਰਤ ਦੀਆਂ ਭਾਸ਼ਾਵਾਂ। ਤੇ ਜੇ ਅਸੀਂ ਗੱਲ ਕਰੀਏ ਆਪਣੀ ਇੰਗਲਿਸ਼ ਦੀ, ਹੈ ਨਾ, ਜਿਹੜੀ ਕਿ ਅੱਜ ਦੇ ਟਾਈਮ 'ਤੇ ਸਭ ਤੋਂ ਜ਼ਿਆਦਾ ਬੋਲਣ ਵਾਲੀ ਭਾਸ਼ਾ ਆ, ਤੇ ਮੈਨੂੰ ਲੱਗਦਾ 1.5 ਬਿਲੀਅਨ ਲੋਕੀ ਇੰਗਲਿਸ਼ ਬੋਲਦੇ ਆ ਨਾ। ਤੇ ਦੁਨੀਆ ਦੇ ਵਿੱਚ ਟੋਟਲ 6000 ਦੇ ਲਗਭਗ ਭਾਸ਼ਾਵਾਂ ਆ ਨਾ ਇਸ ਵੇਲੇ, ਜੇ ਅਸੀਂ ਦੇਖਿਆ ਜਾਵੇ। ਤੇ ਜੇ ਅਸੀਂ ਇੰਗਲਿਸ਼ ਦੀ ਗੱਲ ਕਰੀਏ ਕਿ ਇੰਗਲਿਸ਼ ਕਿੱਦਾਂ ਸਟਾਰਟ ਹੋਈ, ਹੈ ਨਾ, ਇੰਗਲਿਸ਼ ਵੀ ਸਿੱਧੀ ਇੰਗਲਿਸ਼ ਨਹੀਂ ਬਣ ਗਈ। ਤੇ ਇੰਗਲਿਸ਼ ਦੀ ਸ਼ੁਰੂਆਤ ਜਿਹੜੀ ਹੋਈ ਆ, ਉਹ ਬ੍ਰਿਟੇਨ ਤੋਂ ਹੋਈ ਆ, ਇੰਗਲੈਂਡ ਤੋਂ ਹੋਈ ਆ। ਤੇ ਇੰਗਲੈਂਡ ਦੇ ਵਿੱਚ ਇੱਕ ਕਬੀਲੇ ਨੇ ਹਮਲਾ ਕੀਤਾ, ਤੇ ਉਹਨਾਂ ਨੂੰ ਕਿਹਾ ਗਿਆ ਐਂਜਲੋ ਸੈਕਸਨਸ। ਤੇ ਉਹਨਾਂ ਨੇ ਉੱਥੇ ਬ੍ਰਿਟੇਨ 'ਤੇ ਆ ਕੇ ਕਬਜ਼ਾ ਕੀਤਾ, ਤੇ ਉਹਨਾਂ ਦੀ ਜਿਹੜੀ ਭਾਸ਼ਾ ਸੀਗੀ, ਉਸ ਭਾਸ਼ਾ ਨੂੰ ਕਿਹਾ ਗਿਆ ਓਲਡ ਇੰਗਲਿਸ਼। ਤੇ ਉਹ ਜਿਹੜੇ ਲੋਕੀ ਸੀਗੇ, ਜਿਹੜੀ ਭਾਸ਼ਾ ਬੋਲਦੇ ਸੀ, ਓਲਡ ਇੰਗਲਿਸ਼ ਬੋਲਦੇ ਸੀਗੇ। ਤੇ ਹੌਲੀ-ਹੌਲੀ ਇੰਗਲੈਂਡ ਦੇ ਜਿਹੜੇ ਨਾਲ ਦੇ ਦੇਸ਼ ਆ, ਉਹਨਾਂ ਦੇ ਲੋਕੀ ਮਿਕਸ ਹੋਣ ਲੱਗ ਪਏ, ਜਾਂ ਕਬਜ਼ਾ ਕੀਤਾ, ਲੜਾਈਆਂ ਕੀਤੀਆਂ, ਹੈ ਨਾ। ਤੇ ਉਹਨਾਂ ਦਾ ਪ੍ਰਭਾਵ ਉਸ ਭਾਸ਼ਾ 'ਤੇ ਪੈਣਾ ਸ਼ੁਰੂ ਹੋ ਗਿਆ। ਤੇ ਇਟਾਲੀਅਨ, ਸਪੈਨਿਸ਼ ਤੇ ਪੁਰਤਗੀਜ਼, ਤੇ ਇਸ ਤੋਂ ਇਲਾਵਾ ਆਪਣੀ ਜਿਹੜੀ ਭਾਰਤ ਦੀ ਭਾਸ਼ਾ ਸੰਸਕ੍ਰਿਤ ਆ, ਉਹਦੇ ਵੀ ਜਿਹੜੇ ਕੁਛ ਕੁ ਸ਼ਬਦ ਆ, ਉਹ ਉਹਨਾਂ ਤੋਂ ਮਤਲਬ ਇਨਫਲੂਐਂਸ ਹੋ ਕੇ ਇੰਗਲਿਸ਼ ਦੇ ਵਿੱਚ ਸ਼ਬਦ ਬਣੇ ਆ, ਹੈ ਨਾ। ਤੇ ਜੇ ਅਸੀਂ ਅਲਫਾਬੈਟ ਦੀ ਗੱਲ ਕਰੀਏ, ਤਾਂ ਜਿਹੜੀ ਅਲਫਾਬੈਟ ਆ, ਉਹ ਲੈਟਿਨ ਭਾਸ਼ਾ ਤੋਂ ਅੱਗੇ ਡਿਵੈਲਪ ਹੋ ਕੇ ਜਾਂ ਇਵੋਲਵ ਹੋ ਕੇ ਜਿਹੜੀ ਅੱਜ ਦੀ ਇੰਗਲਿਸ਼ ਦੀ ਜਿਹੜੀ ਅਲਫਾਬੈਟ ਆ, ਉਹ ਬਣੀ ਆ, ਹੈ ਨਾ। ਸੋ ਜਿਹੜੀ ਫਾਈਨਲ ਆਪਣੀ ਇੰਗਲਿਸ਼ ਬਣੀ ਆ, ਹੈ ਨਾ, ਜਿਹੜੀ ਅੱਜ ਅਸੀਂ ਬੋਲਦੇ ਹਾਂ, ਉਹ 6 ਤੋਂ ਜਿਹੜੀ 8 CE ਆ, ਹੈ ਨਾ, ਉਹਦੇ ਵਿੱਚ ਮਤਲਬ ਟੋਟਲ ਬਣ ਕੇ ਤਿਆਰ ਹੋ ਗਈ ਸੀ, ਜਾਂ ਇਵੋਲਵ ਹੋ ਗਈ ਸੀ, ਜਿਹੜੀ ਅੱਜ ਅਸੀਂ ਇੰਗਲਿਸ਼ ਬੋਲਦੇ ਹਾਂ, ਹੈ ਨਾ। ਤੇ ਉਸ ਤੋਂ ਬਾਅਦ ਜੇ ਅਸੀਂ ਭਾਰਤ ਦੀ ਗੱਲ ਕਰੀਏ, ਜਿਹੜੀ ਸੰਸਕ੍ਰਿਤ ਸੀਗੀ, ਉਹ ਨਾਰਥ ਇੰਡੀਅਨ ਲੋਕਾਂ ਦੀ ਲੈਂਗੁਏਜ, ਜਿੱਦਾਂ ਕਿ ਮੈਂ ਪਹਿਲਾਂ ਦੱਸਿਆ। ਪਰ ਅੱਜ ਦੇ ਟਾਈਮ 'ਤੇ ਉਹਨੂੰ ਕੋਈ ਨਹੀਂ ਬੋਲਦਾ ਹੈਗਾ। ਉਹ ਲੈਂਗੁਏਜ ਨੂੰ ਮੋਸਟਲੀ ਲੋਕੀ ਡੈਡ ਲੈਂਗੁਏਜ ਮੰਨਦੇ ਆ। ਪਰ ਜੇ ਤੁਸੀਂ ਸਿੱਖਣੀ ਚਾਹੋ, ਤਾਂ ਤੁਸੀਂ ਕਿਸੇ ਵੀ ਯੂਨੀਵਰਸਿਟੀ ਦੇ ਵਿੱਚ ਸਿੱਖ ਸਕਦੇ ਆ, ਹੈ ਨਾ। ਉਹਦੇ ਕੋਰਸ ਅਲੱਗ ਤੋਂ ਅਵੇਲੇਬਲ ਹੈਗੇ ਆ। ਤੇ ਸੰਸਕ੍ਰਿਤ ਦੀ ਗੱਲ ਕਰੀਏ, ਤਾਂ ਸੰਸਕ੍ਰਿਤ ਤੋਂ ਅੱਗੇ ਹੋਰ ਭਾਸ਼ਾਵਾਂ ਬਹੁਤ ਨਿਕਲੀਆਂ ਹਨ। ਬੰਗਾਲੀ ਭਾਸ਼ਾ ਸੰਸਕ੍ਰਿਤ ਤੋਂ ਨਿਕਲੀ ਆ, ਗੁਜਰਾਤੀ, ਸਿੰਧੀ ਤੇ ਪ੍ਰਾਕ੍ਰਿਤ ਭਾਸ਼ਾ, ਇਹ ਸਾਰੀਆਂ ਜਿਹੜੀਆਂ ਆ ਸੰਸਕ੍ਰਿਤ ਤੋਂ ਨਿਕਲੀਆਂ ਆ। ਤੇ ਜਿਹੜੀ ਬੁੱਧਿਜ਼ਮ ਜਿਹੜਾ ਧਰਮ ਆ, ਉਹਨਾਂ ਦੀ ਜਿਹੜੀ ਭਾਸ਼ਾ ਆ, ਪਾਲੀ ਭਾਸ਼ਾ, ਉਹ ਵੀ ਸੰਸਕ੍ਰਿਤ ਤੋਂ ਨਿਕਲੀ ਆ। ਤੇ ਜਿੰਨੇ ਵੀ ਉਹਨਾਂ ਦੇ ਬੁੱਧਿਜ਼ਮ ਦੇ ਜਿਹੜੇ ਮਤਲਬ ਹੋਲੀ ਬੁੱਕਸ, ਕਿਤਾਬਾਂ ਆ ਨਾ, ਗ੍ਰੰਥ ਆ, ਉਹ ਪਾਲੀ ਭਾਸ਼ਾ ਦੇ ਵਿੱਚ ਲਿਖੇ ਗਏ ਆ। ਤੇ ਫਿਰ ਅਸੀਂ ਜੇ ਗੱਲ ਕਰੀਏ ਆਪਣੀ ਪੰਜਾਬੀ ਭਾਸ਼ਾ ਦੀ, ਤੇ ਪੰਜਾਬੀ ਭਾਸ਼ਾ ਪ੍ਰਾਕ੍ਰਿਤ ਭਾਸ਼ਾ ਤੋਂ ਨਿਕਲੀ ਆ। ਤੇ ਪ੍ਰਾਕ੍ਰਿਤ ਭਾਸ਼ਾ ਸੀ ਜਿਹੜੀ, ਉਹ ਬੋਲੀ ਜਾਂਦੀ ਸੀ 500 BC ਤੋਂ 500 AD ਦੇ ਵਿੱਚ, ਮਤਲਬ ਜ਼ਿਆਦਾ ਬੋਲਬਾਲਾ ਉਸ ਵੇਲੇ ਸੀਗਾ ਇਹਦਾ। ਤੇ ਉਸ ਤੋਂ ਬਾਅਦ ਫਿਰ ਪੰਜਾਬੀ ਭਾਸ਼ਾ ਹੋਂਦ ਵਿੱਚ ਆਈ। ਪੰਜਾਬੀ ਭਾਸ਼ਾ ਦੇ ਬਾਰੇ ਕਿਹਾ ਜਾਂਦਾ ਕਿ ਇਹਦੀ ਜਿਹੜੀ ਸਟਾਰਟਿੰਗ ਆ, ਉਹ ਨਾਥਾਂ ਦੇ ਟਾਈਮ 'ਤੇ, ਜੋਗੀਆਂ ਦੇ ਟਾਈਮ 'ਤੇ ਉਸ ਵੇਲੇ ਹੋਈ ਆ, ਹੈ ਨਾ। ਤੇ ਮਤਲਬ 6-7 CE ਦੇ ਲਾਗੇ-ਤਾਗੇ ਹੋਈ ਆ ਨਾ। ਜਿਹੜੀ ਪੰਜਾਬੀ ਭਾਸ਼ਾ ਦੀ ਸ਼ੁਰੂਆਤ ਆ, ਉਹ 7 CE ਦੇ ਲਾਗੇ-ਤਾਗੇ ਹੋਈ, ਹੈ ਨਾ। ਪਰ ਜਿਹੜੀਆਂ ਸਾਡੀਆਂ ਮੇਨ ਸਕ੍ਰਿਪਟਾਂ ਆ, ਜਿਹੜੀ ਜੇ ਅਸੀਂ 3 ਮੇਨ ਸਕ੍ਰਿਪਟਾਂ ਦੀ ਗੱਲ ਕਰੀਏ, ਹੈ ਨਾ, ਤੇ ਉਹ ਹੈਗੀਆਂ ਆਪਣੀਆਂ ਸ਼ਾਹਮੁਖੀ ਲਿਪੀ, ਗੁਰਮੁਖੀ ਲਿਪੀ ਤੇ ਦੇਵਨਾਗਰੀ ਲਿਪੀ।
ਤੇ ਜੇ ਸ਼ਾਹਮੁਖੀ ਲਿਪੀ ਦੀ ਗੱਲ ਕਰੀਏ, ਸ਼ਾਹਮੁਖੀ ਲਿਪੀ ਦੀ ਸ਼ੁਰੂਆਤ ਕੀਤੀ ਆ ਮੁਸਲਿਮ ਲੀਗ ਦੇ ਜਿਹੜੇ ਸੰਤ ਹੋਏ ਆ, ਫ਼ਕੀਰ ਹੋਏ ਆ ਨਾ, ਉਹਨਾਂ ਨੇ ਇਹ ਭਾਸ਼ਾ ਦੀ ਸ਼ੁਰੂਆਤ ਕੀਤੀ। ਤੇ ਉਹਨਾਂ ਨੇ ਜਦੋਂ ਲਿਖਣਾ ਸਟਾਰਟ ਕੀਤਾ, ਆਪਣੀ ਮਤਲਬ ਪੋਇਟਰੀ ਜਾਂ ਕੋਈ ਵੀ ਧਾਰਮਿਕ ਗੱਲਾਂ ਜਾਂ ਕਿਸੇ ਵੀ ਤਰੀਕੇ ਦੀ ਚੀਜ਼ ਲਿਖਣੀ ਸ਼ੁਰੂ ਕੀਤੀ, ਤਾਂ ਉਹਨਾਂ ਨੇ ਸ਼ਾਹਮੁਖੀ ਲਿਪੀ ਦੀ ਵਰਤੋਂ ਕੀਤੀ, ਹੈ ਨਾ। ਤੇ ਸ਼ਾਹਮੁਖੀ ਲਿਪੀ ਬਾਰੇ ਤੁਹਾਨੂੰ ਦੱਸਦਾ ਸੌਖੇ ਤਰੀਕੇ ਨਾਲ ਜੇ ਤੁਸੀਂ ਸਮਝਣਾ ਆ। ਉਰਦੂ ਭਾਸ਼ਾ ਜਿਹੜੀ ਆ, ਸਾਰਿਆਂ ਨੂੰ ਪਤਾ ਕਿ ਸੱਜੇ ਤੋਂ ਖੱਬੇ ਪਾਸੇ ਵੱਲ ਨੂੰ ਲਿਖੀ ਜਾਂਦੀ ਹੈ ਨਾ, ਤੇ ਉਹ ਭਾਸ਼ਾ ਨੂੰ ਲਿਖਣ ਲਈ ਅਸੀਂ ਸ਼ਾਹਮੁਖੀ ਸਕ੍ਰਿਪਟ ਵਰਤਦੇ ਹਾਂ। ਸੋ ਪੰਜਾਬੀ ਲਿਖਣ ਲਈ ਵੀ ਸ਼ਾਹਮੁਖੀ ਲਿਪੀ ਵਰਤੀ ਜਾਂਦੀ ਆ, ਤੇ ਉਰਦੂ ਲਿਖਣ ਲਈ ਵੀ ਸ਼ਾਹਮੁਖੀ ਲਿਪੀ ਵਰਤੀ ਜਾਂਦੀ ਆ। ਤੇ ਪਾਕਿਸਤਾਨ ਦੇ ਵਿੱਚ ਜਿਹੜੀ ਪੰਜਾਬੀ ਅਸੀਂ ਲਿਖਦੇ ਹਾਂ, ਉਹ ਸ਼ਾਹਮੁਖੀ ਲਿਪੀ ਦੇ ਨਾਲ ਲਿਖਦੇ ਹਾਂ। ਤੇ ਜਿਹੜੀ ਗੁਰਮੁਖੀ ਲਿਪੀ ਦੀ ਸ਼ੁਰੂਆਤ ਆ, ਉਹ ਸਿੱਖੀਜ਼ਮ ਦੇ ਦੂਜੇ ਗੁਰੂ ਸ਼੍ਰੀ ਗੁਰੂ ਅੰਗਦ ਦੇਵ ਜੀ ਨੇ ਕੀਤੀ ਸੀਗੀ। ਤੇ ਉਹਨਾਂ ਨੇ ਜਦੋਂ ਆਪਣੀਆਂ ਰਚਨਾਵਾਂ ਲਿਖਣੀਆਂ ਸ਼ੁਰੂ ਕੀਤੀਆਂ, ਤਾਂ ਉਹਨਾਂ ਨੇ ਗੁਰਮੁਖੀ ਲਿਪੀ ਬਣਾਈ ਤੇ ਉਹਦੇ ਵਿੱਚ ਫਿਰ ਪੰਜਾਬੀ ਲਿਖਣੀ ਸ਼ੁਰੂ ਕੀਤੀ, ਹੈ ਨਾ। ਜਿੰਨਾ ਕੁਛ ਵੀ ਬਾਅਦ ਵਿੱਚ ਫਿਰ ਲਿਖਿਆ ਗਿਆ, ਉਸ ਤੋਂ ਬਾਅਦ ਸਾਰਾ ਪੰਜਾਬੀ ਭਾਸ਼ਾ ਦੇ ਵਿੱਚ ਲਿਖਿਆ ਗਿਆ। ਇਸ ਤੋਂ ਇਲਾਵਾ ਜੇ ਅਸੀਂ ਤੀਜੀ ਲਿਪੀ ਦੀ ਗੱਲ ਕਰੀਏ, ਤੀਜੀ ਲਿਪੀ ਹੈਗੀ ਆ ਆਪਣੀ ਦੇਵਨਾਗਰੀ ਲਿਪੀ। ਤੇ ਦੇਵਨਾਗਰੀ ਲਿਪੀ ਦੀ ਜੇ ਗੱਲ ਕਰਾਂ, ਮੋਸਟਲੀ ਉਹਨੂੰ ਹਿੰਦੀ ਲਿਖਣ ਲਈ ਵਰਤਿਆ ਜਾਂਦਾ। ਜਿਹੜੇ ਹਿੰਦੀ ਦੇ ਅੱਖਰ ਆ ਨਾ, ਉਹ ਦੇਵਨਾਗਰੀ ਲਿਪੀ ਸਕ੍ਰਿਪਟ ਯੂਜ਼ ਕਰਦੇ ਆ। ਸੋ ਹੁਣ ਤੁਹਾਨੂੰ ਮਤਲਬ ਸਮਝਣਾ ਥੋੜ੍ਹਾ ਸੌਖਾ ਹੋ ਗਿਆ। ਹੁਣ ਅਸੀਂ ਗੱਲ ਕਰਦੇ ਹਾਂ ਮੇਨ ਮੁੱਦੇ ਦੀ, ਕਿ ਕੀ ਪੰਜਾਬੀ ਭਾਸ਼ਾ ਖਤਮ ਹੋ ਰਹੀ ਆ, ਤੇ ਕੀ ਪੰਜਾਬੀ ਭਾਸ਼ਾ ਖਤਮ ਹੋ ਸਕਦੀ ਆ, ਤੇ ਪੰਜਾਬੀ ਭਾਸ਼ਾ ਨੂੰ ਬਚਾਉਣ ਲਈ ਸਾਨੂੰ ਕੀ ਕਰਨਾ ਚਾਹੀਦਾ, ਹੈ ਨਾ। ਐਜ਼ ਏ ਇੰਡੀਵਿਜੂਅਲ ਕੀ ਕਰਨਾ ਚਾਹੀਦਾ, ਜਾਂ ਐਜ਼ ਏ ਗਰੁੱਪ ਕੀ ਕਰਨਾ ਚਾਹੀਦਾ, ਜਾਂ ਸਾਡੀ ਸਰਕਾਰ ਨੂੰ ਕੀ ਕਰਨਾ ਚਾਹੀਦਾ, ਹੈ ਨਾ। ਤੇ ਜੇ ਅਸੀਂ ਗੱਲ ਕਰੀਏ ਕਿ ਪੰਜਾਬੀ ਖਤਮ ਹੋ ਰਹੀ ਆ, ਤਾਂ ਬਿਲਕੁਲ ਪੰਜਾਬੀ ਖਤਮ ਹੋ ਰਹੀ ਆ। ਦੋ ਤਰੀਕੇ ਦੇ ਨਾਲ ਖਤਮ ਹੋ ਰਹੀ ਆ। ਇੱਕ ਤਾਂ ਪੰਜਾਬੀ ਭਾਸ਼ਾ ਦੇ ਜਿਹੜੇ ਸ਼ਬਦ ਆ, ਉਹ ਕਾਫੀ ਸ਼ਬਦ ਅਲੋਪ ਹੋ ਰਹੇ ਆ, ਤੇ ਆਪਣੇ ਜਿਹੜੇ ਸਪੀਕਰ ਆ, ਪੰਜਾਬੀ ਭਾਸ਼ਾ ਬੋਲਣ ਵਾਲੇ ਆ, ਉਹ ਵੀ ਪੰਜਾਬ ਤੋਂ ਬਾਹਰ ਜਦੋਂ ਵਿਦੇਸ਼ ਦੇ ਵਿੱਚ ਜਾਂਦੇ ਆ, ਤਾਂ ਉੱਥੇ ਦੀ ਲੋਕਲ ਲੈਂਗੁਏਜ ਬੋਲਣਾ ਸਟਾਰਟ ਕਰਦੇ ਆ, ਤੇ ਪੰਜਾਬੀ ਭਾਸ਼ਾ ਦੀ ਵਰਤੋਂ ਘੱਟ ਕਰਦੇ ਆ। ਤੇ ਜਦੋਂ ਫਿਰ ਉਹਨਾਂ ਦੀ ਜਦੋਂ ਅਗਲੀ ਜਨਰੇਸ਼ਨ ਆਉਂਦੀ ਆ, ਤੇ ਫਿਰ ਉਹ ਉਸ ਦੇਸ਼ ਦੀ ਜਿਹੜੀ ਲੋਕਲ ਭਾਸ਼ਾ ਆ, ਉਹ ਸਿੱਖਦੇ ਆ। ਸੋ ਇਹ ਦੋ ਤਰੀਕੇ ਆ ਜਿਨ੍ਹਾਂ ਦੇ ਨਾਲ ਅਸੀਂ ਕਹਿ ਸਕਦੇ ਹਾਂ ਕਿ ਜਿਹੜੀ ਪੰਜਾਬੀ ਭਾਸ਼ਾ ਆ, ਉਹ ਘੱਟ ਰਹੀ ਆ ਜਾਂ ਖਤਮ ਹੋ ਰਹੀ ਆ, ਹੈ ਨਾ। ਤੇ ਪੰਜਾਬੀ ਭਾਸ਼ਾ ਖਤਮ ਹੋ ਸਕਦੀ ਆ ਜਾਂ ਨਹੀਂ ਸਕਦੀ, ਇਹ ਸਾਡੇ ਲੋਕਾਂ 'ਤੇ ਡਿਪੈਂਡ ਕਰਦਾ ਆ। ਤੇ ਕੀ ਅਸੀਂ ਕਿੰਨੇ ਕੁ ਐਫਰਟ ਲਾਉਂਦੇ ਹਾਂ, ਸਾਨੂੰ ਆਪਣੀ ਮਾਂ ਬੋਲੀ ਦੇ ਨਾਲ ਕਿੰਨਾ ਕੁ ਪਿਆਰ ਆ, ਹੈ ਨਾ। ਤੇ ਇੱਕ ਚੱਕਰ ਇਹ ਵੀ ਆ ਕਿ ਕਈਆਂ ਦਾ ਤਾਂ ਧਿਆਨ ਹੀ ਨਹੀਂ ਜਾਂਦਾ ਹੈਗਾ ਭਾਸ਼ਾ ਦੇ ਵੱਲ, ਹੈ ਨਾ। ਕਿਉਂਕਿ ਭਾਸ਼ਾ ਜਿਹੜੀ ਆ ਸਾਨੂੰ ਫ੍ਰੀ 'ਚ ਮਿਲੀ ਆ, ਹੈ ਨਾ, ਤੇ ਅਸੀਂ ਇਹਨੂੰ ਸਿੱਖਣ ਲਈ ਕਿਸੇ ਨੂੰ ਪੈਸੇ ਨਹੀਂ ਦਿੱਤੇ ਹੈਗੇ। ਤੇ ਜਿਹੜੀ ਫ੍ਰੀ ਦੀ ਚੀਜ਼ ਹੁੰਦੀ ਆ, ਉਹਨੂੰ ਅਸੀਂ ਮਤਲਬ ਉਸ ਚੀਜ਼ ਦੀ ਅਸੀਂ ਕਦੀ ਵੀ ਕਦਰ ਨਹੀਂ ਕਰਦੇ ਹੈਗੇ, ਜਿਹੜੀ ਫ੍ਰੀ ਦੀ ਮਿਲਦੀ ਆ, ਹੈ ਨਾ। ਸੋ ਜਿਹੜੀ ਭਾਸ਼ਾ ਵੀ ਆ, ਉਹ ਸਾਨੂੰ ਫ੍ਰੀ ਦੀ ਮਿਲੀ ਆ। ਅਸੀਂ ਕੋਈ ਜੰਗ ਨਹੀਂ ਲੜੀ, ਅਸੀਂ ਕੋਈ ਪੈਸੇ ਨਹੀਂ ਦਿੱਤੇ ਹੈਗੇ ਕਿਸੇ ਨੂੰ। ਸੋ ਇਹਦੀ ਕਦਰ ਘੱਟ ਆ ਨਾ, ਪਰ ਇਹ ਸਾਡੀ ਬੋਲੀ ਆ, ਸਾਡੀ ਮਾਂ ਬੋਲੀ ਆ, ਸਾਨੂੰ ਇਹਦੀ ਕਦਰ ਕਰਨੀ ਚਾਹੀਦੀ ਆ, ਤੇ ਇਹਨੂੰ ਬਚਾਉਣ ਲਈ ਸਾਨੂੰ ਐਫਰਟ ਕਰਨੇ ਚਾਹੀਦੇ ਆ ਨਾ। ਤੇ ਜੇ ਅਸੀਂ ਨਹੀਂ ਕਰਾਂਗੇ, ਤਾਂ ਬਿਲਕੁਲ ਪੰਜਾਬੀ ਭਾਸ਼ਾ ਖਤਮ ਹੋ ਸਕਦੀ ਆ, ਹੈ ਨਾ। ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈਗੀ, ਕਿਉਂਕਿ ਸੰਸਕ੍ਰਿਤ ਭਾਸ਼ਾ ਇੱਕ ਟਾਈਮ 'ਤੇ ਚੜ੍ਹਾਈ ਸੀ ਸੰਸਕ੍ਰਿਤ ਦੀ, ਹੈ ਨਾ। ਗ੍ਰੰਥ ਲਿਖੇ ਗਏ, ਇੰਨੇ ਲੋਕੀ ਸੰਸਕ੍ਰਿਤ ਬੋਲਦੇ ਸੀਗੇ। ਅੱਜ ਦੇ ਟਾਈਮ 'ਤੇ ਸੰਸਕ੍ਰਿਤ ਨੂੰ ਡੈਡ ਲੈਂਗੁਏਜ ਕਿਹਾ ਜਾਂਦਾ, ਹੈ ਨਾ। ਸੋ ਜੇ ਸੰਸਕ੍ਰਿਤ ਖਤਮ ਹੋ ਸਕਦੀ ਆ, ਤੇ ਪੰਜਾਬੀ ਭਾਸ਼ਾ ਵੀ ਖਤਮ ਹੋ ਸਕਦੀ ਆ, ਹੈ ਨਾ। ਪੰਜਾਬੀ ਭਾਸ਼ਾ ਨੂੰ ਕਿੱਦਾਂ ਬਚਾਇਆ ਜਾ ਸਕਦਾ ਆ? ਪੰਜਾਬੀ ਭਾਸ਼ਾ ਨੂੰ ਬਚਾਉਣ ਲਈ ਸਭ ਤੋਂ ਪਹਿਲਾਂ ਤਾਂ ਪੰਜਾਬ ਦੇ ਵਿੱਚ ਇੱਕ ਕਾਨੂੰਨ ਹੋਣਾ ਚਾਹੀਦਾ ਸਕੂਲਾਂ ਲਈ, ਖਾਸ ਕਰ, ਕਿ ਪੰਜਾਬੀ ਭਾਸ਼ਾ ਦਾ ਜਿਹੜਾ ਸਬਜੈਕਟ ਆ, ਜਿਹੜਾ ਵਿਸ਼ਾ ਆ, ਉਹ ਹਰੇਕ ਕਲਾਸ ਦੇ ਵਿੱਚ ਲਾਜ਼ਮੀ ਹੋਣਾ ਚਾਹੀਦਾ ਆ। ਪੰਜਾਬੀ ਭਾਸ਼ਾ ਜ਼ਰੂਰੀ ਹੋਣੀ ਚਾਹੀਦੀ ਆ, ਤੇ ਬੋਲਣੀ ਵੀ ਸਕੂਲਾਂ ਦੇ ਵਿੱਚ। ਕਿਉਂਕਿ ਜੇ ਅਸੀਂ ਦੇਖੀਏ ਇੰਗਲਿਸ਼ ਸਕੂਲਾਂ ਦੇ ਵਿੱਚ, ਜੇ ਅਸੀਂ ਨਿਗਾਹ ਮਾਰੀਏ, ਤੇ ਜਦੋਂ ਵੀ ਕੋਈ ਨਿਆਣਾ
ਪੰਜਾਬੀ ਬੋਲਦਾ ਹੈ ਤਾਂ ਉਹਦੇ ਤੇ ₹50 ₹100 ਡਿਪੈਂਡ ਕਰਦਾ ਫਾਈਨ ਲਾਇਆ ਜਾਂਦਾ ਹੈ ਨਾ, ਕਿ ਜੇ ਕੋਈ ਪੰਜਾਬੀ ਬੋਲਦਾ ਤੇ ਨਿਆਣੇ ਨੂੰ ਪੁਸ਼ ਕਰ ਰਹੇ ਆ ਕਿ ਜਾਂ ਤਾਂ ਤੁਸੀਂ ਹਿੰਦੀ ਬੋਲੋ ਤੇ ਜਾਂ ਇੰਗਲਿਸ਼ ਬੋਲੋ ਹੈ ਨਾ, ਪੰਜਾਬੀ ਨਹੀਂ ਬੋਲਣੀ ਹੈਗੀ। ਪੰਜਾਬ ਦੇ ਵਿੱਚ ਸਕੂਲ ਖੋਲ੍ਹੇ ਹੋ ਆ, ਪਰ ਤੁਸੀਂ ਪੰਜਾਬੀ ਨਹੀਂ ਬੋਲਣੀ ਹੈਗੀ ਹੈ ਨਾ। ਸੋ ਇਹ ਚੀਜ਼ ਨੂੰ ਸਾਨੂੰ ਰੋਕਣਾ ਪੈਣਾ ਆ ਤੇ ਇਹ ਚੀਜ਼ ਨੂੰ ਰੋਕਣ ਲਈ ਕਾਨੂੰਨ ਹੋਣਾ ਚਾਹੀਦਾ ਹੈ ਨਾ, ਕਿਉਂਕਿ ਕੋਈ ਵੀ 5 ਜਣੇ, 10 ਜਣੇ, 20 ਜਣੇ ਸਕੂਲ ਦੇ ਵਿੱਚ ਜਾ ਕੇ ਇਹ ਗੱਲ ਨਹੀਂ ਕਹਿ ਸਕਦੇ, ਕਿਉਂਕਿ ਕਿਸੇ ਨੂੰ ਹੱਕ ਨਹੀਂ ਹੈਗਾ ਹੈ ਨਾ। ਸੋ ਇਸ ਚੀਜ਼ ਲਈ ਕਾਨੂੰਨ ਹੋਣਾ ਚਾਹੀਦਾ ਆ। ਸੋ ਇਹ ਇੱਕ ਬਹੁਤ ਵੱਡਾ ਸਟੈਪ ਹੋ ਸਕਦਾ ਹੈ, ਬਹੁਤ ਮਤਲਬ ਰੈਵੋਲੂਸ਼ਨਰੀ ਸਟੈਪ ਹੋ ਸਕਦਾ ਹੈ ਨਾ ਪੰਜਾਬੀ ਭਾਸ਼ਾ ਦੇ ਲਈ। ਤੇ ਇਸ ਤੋਂ ਇਲਾਵਾ ਜਿਹੜਾ ਦੂਜਾ ਸਟੈਪ ਆ, ਮੇਰੇ ਹਿਸਾਬ ਨਾਲ ਸਾਨੂੰ ਜ਼ਿਆਦਾ ਤੋਂ ਜ਼ਿਆਦਾ ਕਿਤਾਬਾਂ ਲਿਖਣੀਆਂ ਚਾਹੀਦੀਆਂ ਆ, ਜ਼ਿਆਦਾ ਤੋਂ ਜ਼ਿਆਦਾ ਟੋਪਿਕ ਕਵਰ ਕਰਨੇ ਚਾਹੀਦੇ ਆ, ਕਿਉਂਕਿ ਜੇ ਅਸੀਂ ਪੰਜਾਬੀ ਭਾਸ਼ਾ ਦੇ ਵਿੱਚ ਦੇਖੀਏ ਘੱਟ ਟੋਪਿਕ ਕਵਰ ਕੀਤੇ ਹੋਏ ਆ ਨਾ, ਜ਼ਿਆਦਾ ਧਾਰਮਿਕ ਕਿਤਾਬਾਂ ਆ ਜਾਂ ਕਹਾਣੀਆਂ ਆ ਤੇ ਆਪਣੇ ਲੇਖ ਆ, ਪੋਇਟਰੀ ਆ, ਸ਼ਾਇਰੀ ਆ, ਹੈ ਨਾ, ਤੇ ਹਿਸਟਰੀ ਆ। ਅੱਜ ਦੇ ਟਾਈਮ 'ਤੇ ਸਾਨੂੰ ਕਿਹੜੇ ਟੋਪਿਕਾਂ ਦੀ ਲੋੜ ਆ? ਸਾਨੂੰ ਟੈਕਨੋਲੋਜੀ ਬਾਰੇ ਲਿਖਣ ਦੀ ਲੋੜ ਆ, ਸਾਨੂੰ ਬਿਜ਼ਨਸ ਟੈਕਟਿਕਸ ਬਾਰੇ ਲਿਖਣ ਦੀ ਲੋੜ ਆ, ਸਾਨੂੰ ਕ੍ਰਿਪਟੋ ਕਰੰਸੀ ਬਾਰੇ ਲਿਖਣ ਦੀ ਲੋੜ ਆ ਤੇ ਸਾਨੂੰ ਸਪੇਸ ਬਾਰੇ ਲਿਖਣ ਦੀ ਲੋੜ ਆ। ਸੋ ਇਹ ਚੀਜ਼ਾਂ ਜਿਹੜੀਆਂ ਅੱਜ ਕੱਲ੍ਹ ਟਰੈਂਡਿੰਗ ਦੇ ਵਿੱਚ ਆ ਤੇ ਲੋਕੀ ਪੜ੍ਹਨਾ ਪਸੰਦ ਕਰਦੇ ਆ, ਉਹਨਾਂ ਬਾਰੇ ਸਿੱਖਣਾ ਪਸੰਦ ਕਰਦੇ ਆ। ਸੋ ਮੇਰੇ ਹਿਸਾਬ ਨਾਲ ਇੱਦਾਂ ਦੇ ਜਿਹੜੇ ਟੋਪਿਕ ਆ ਉਹ ਪੰਜਾਬੀ ਭਾਸ਼ਾ ਦੇ ਵਿੱਚ ਕਵਰ ਹੋਣੇ ਚਾਹੀਦੇ ਆ, ਚਾਹੇ ਤੁਸੀਂ ਉਹ ਵੀਡੀਓ ਬਣਾ ਕੇ ਕਵਰ ਕਰੋ, ਚਾਹੇ ਤੁਸੀਂ ਕਿਤਾਬਾਂ ਲਿਖ ਕੇ ਕਵਰ ਕਰੋ, ਹੈ ਨਾ, ਕਿਸੇ ਵੀ ਤਰੀਕੇ ਦੇ ਨਾਲ ਆਪਣੇ ਜਿਹੜਾ ਲਿਟਰੇਚਰ ਆ ਉਹਦੇ ਵਿੱਚ ਵਾਧਾ ਕਰੋ, ਹੈ ਨਾ। ਸੋ ਇਹ ਜਿਹੜਾ ਤਰੀਕਾ ਆ ਪੰਜਾਬੀ ਭਾਸ਼ਾ ਨੂੰ ਬਚਾਉਣ ਲਈ ਮੇਰੇ ਹਿਸਾਬ ਨਾਲ ਮਤਲਬ ਕਾਰਗਰ ਸਿੱਧ ਹੋ ਸਕਦਾ ਆ, ਹੈ ਨਾ। ਤੇ ਇਸ ਤੋਂ ਇਲਾਵਾ ਜੇ ਅਸੀਂ ਗੱਲ ਕਰੀਏ, ਸੋਸ਼ਲ ਮੀਡੀਆ ਅਸੀਂ ਸਾਰੇ ਵਰਤਦੇ ਹਾਂ, ਹੈ ਨਾ, ਪਰ ਸੋਸ਼ਲ ਮੀਡੀਆ 'ਤੇ ਲੈਂਗੁਏਜ ਕਿਹੜੀ ਆ? ਅੰਗਰੇਜ਼ੀ। ਤੇ ਜਦੋਂ ਵੀ ਅਸੀਂ ਕੋਈ ਪੋਸਟ ਪਾਉਂਦੇ ਹਾਂ ਜਾਂ ਕਿਤੇ ਵੀ ਕੁਛ ਲਿਖਣਾ ਹੁੰਦਾ, ਅਸੀਂ ਕਮੈਂਟ ਕਰਨਾ ਹੁੰਦਾ, ਤਾਂ ਅਸੀਂ ਆਪਣੇ ਫ਼ੋਨ ਦੇ ਵਿੱਚ ਪੰਜਾਬੀ ਕੀਬੋਰਡ ਭਰ ਸਕਦੇ ਹਾਂ ਤੇ ਭਰਨਾ ਚਾਹੀਦਾ ਆ। ਤੇ ਪੰਜਾਬੀ ਭਾਸ਼ਾ ਦੇ ਵਿੱਚ ਹੀ ਸਾਨੂੰ ਸੋਸ਼ਲ ਮੀਡੀਆ 'ਤੇ ਕਮੈਂਟ ਕਰਨੇ ਚਾਹੀਦੇ ਆ, ਪੋਸਟ ਕਰਨੀਆਂ ਚਾਹੀਦੀਆਂ। ਇਹ ਹੈਗਾ ਇੱਕ ਬਹੁਤ ਮਾਈਨਰ ਜਿਹਾ, ਇੱਕ ਬਹੁਤ ਛੋਟਾ ਜਿਹਾ ਸਟੈਪ ਆ, ਬਟ ਛੋਟੇ-ਛੋਟੇ ਸਟੈਪਾਂ ਦੇ ਨਾਲ ਹੀ ਅਸੀਂ ਆਪਣੀ ਮੰਜ਼ਿਲ 'ਤੇ ਪਹੁੰਚ ਸਕਦੇ ਹਾਂ, ਜੋ ਅਸੀਂ ਪਾਉਣਾ ਚਾਹੁੰਦੇ ਹਾਂ, ਹੈ ਨਾ। ਸੋ ਇਸ ਚੀਜ਼ ਨੂੰ ਛੋਟਾ ਨਹੀਂ ਸਮਝਣਾ ਚਾਹੀਦਾ, ਕਿਉਂਕਿ ਕਈ ਸੋਚੂਗੇ ਯਾਰ ਇਹਦੇ ਨਾਲ ਕੀ ਹੋ ਜਾਣਾ, ਹੈ ਨਾ, ਵੀ ਅਸੀਂ ਸਟੇਟਸ ਲਿਖ ਦਈਏ ਪੰਜਾਬੀ ਭਾਸ਼ਾ ਦੇ ਵਿੱਚ ਜਾਂ ਕੁਛ ਵੀ ਕਰ ਦਈਏ ਨਾ, ਕੋਈ ਫ਼ਰਕ ਨਹੀਂ ਪੈਣਾ। ਬਟ ਇਹੀ ਚੀਜ਼ਾਂ, ਛੋਟੀਆਂ-ਛੋਟੀਆਂ ਚੀਜ਼ਾਂ ਇੱਕ ਵੱਡੀ ਕ੍ਰਾਂਤੀ ਲੈ ਕੇ ਆਉਂਦੀਆਂ ਹੁੰਦੀਆਂ, ਹੈ ਨਾ। ਜਿੱਦਾਂ-ਜਿੱਦਾਂ ਅਸੀਂ ਆਪਣੀ ਪੰਜਾਬੀ ਭਾਸ਼ਾ ਦੇ ਵੱਲ ਆਪਣਾ ਪਿਆਰ ਵਧਾਵਾਂਗੇ ਤੇ ਇਹੀ ਚੀਜ਼ ਅੱਗੇ ਜਾ ਕੇ ਪੰਜਾਬੀ ਭਾਸ਼ਾ ਨੂੰ ਬਚਾਉਣ ਦੇ ਵਿੱਚ ਹੈਲਪ ਕਰ ਸਕਦੀ ਆ, ਹੈ ਨਾ। ਤੇ ਇਸ ਤੋਂ ਇਲਾਵਾ ਸਾਨੂੰ ਜਿਹੜੇ ਦੂਜੇ ਦੇਸ਼ਾਂ ਦੀਆਂ ਜਿਹੜੀਆਂ ਕਿਤਾਬਾਂ ਆ, ਸਾਨੂੰ ਉਹਨਾਂ ਦੇ ਦੂਜੇ ਦੇਸ਼ਾਂ ਦੇ ਕਲਚਰ ਬਾਰੇ, ਹੈ ਨਾ, ਉਹ ਕਿਤਾਬਾਂ ਸਾਨੂੰ ਪੰਜਾਬੀ ਭਾਸ਼ਾ ਦੇ ਵਿੱਚ ਟਰਾਂਸਲੇਟ ਕਰਨੀਆਂ ਚਾਹੀਦੀਆਂ ਆ ਤੇ ਤਾਂ ਕਿ ਸਾਡਾ ਜਿਹੜਾ ਲਿਟਰੇਚਰ ਆ ਉਹਦੇ ਵਿੱਚ ਵਾਧਾ ਹੋ ਸਕੇ, ਹੈ ਨਾ। ਸੋ ਇਹ 3-4 ਕੁ ਚੀਜ਼ਾਂ ਜਿਹੜੀਆਂ ਅਸੀਂ ਕਰ ਸਕਦੇ ਹਾਂ ਆਪਣੀ ਪੰਜਾਬੀ ਭਾਸ਼ਾ ਨੂੰ ਬਚਾਉਣ ਲਈ। ਇਸ ਤੋਂ ਇਲਾਵਾ ਜੇ ਤੁਹਾਡੇ ਦਿਮਾਗ ਦੇ ਵਿੱਚ ਵੀ ਜੇ ਕੋਈ ਗੱਲ ਆਉਂਦੀ ਹੈਗੀ ਆ ਕਿ ਇਸ ਤਰੀਕੇ ਦੇ ਨਾਲ ਅਸੀਂ ਪੰਜਾਬੀ ਭਾਸ਼ਾ ਨੂੰ ਬਚਾ ਸਕਦੇ ਹਾਂ, ਤਾਂ ਜ਼ਰੂਰ ਕਮੈਂਟ ਕਰਕੇ ਜ਼ਰੂਰ ਦੱਸਿਓ। ਤੇ ਇਸ ਤੋਂ ਅਗਲੇ ਪੋਡਕਾਸਟ ਦੇ ਵਿੱਚ ਮੈਂ ਜ਼ਰੂਰ ਹਾਈਲਾਈਟ ਕਰੂੰਗਾ, ਜਾਂ ਕਿਸੇ ਵੀ ਪੋਡਕਾਸਟ ਦੇ ਵਿੱਚ ਜਦੋਂ ਪੰਜਾਬੀ ਭਾਸ਼ਾ ਦੇ ਬਾਰੇ ਗੱਲ ਹੋਊਗੀ ਤਾਂ ਆਪਾਂ ਉਸ ਚੀਜ਼ ਨੂੰ ਜ਼ਰੂਰ ਹਾਈਲਾਈਟ ਕਰਾਂਗੇ, ਕਿਉਂਕਿ ਆਹ ਜਿਹੜਾ ਪੋਡਕਾਸਟ ਆ ਇਹ ਅਸੀਂ ਮਤਲਬ ਬੜਾ ਡੀਪਲੀ ਲੈਂਗੁਏਜ ਦੇ ਬਾਰੇ ਨਹੀਂ ਗੱਲ ਕੀਤੀ ਹੈਗੀ ਤੇ ਨੋਰਮਲ ਜੀ ਹਲਕੀ-ਫੁਲਕੀ ਗੱਲ ਕੀਤੀ ਹੈ ਕਿ ਜਿਹੜੀ ਸਾਰਿਆਂ ਨੂੰ ਸਮਝ ਵੀ ਆ ਸਕੇ, ਹੈ ਨਾ। ਤੇ ਆਉਣ ਵਾਲੇ ਪੋਡਕਾਸਟ ਦੇ ਵਿੱਚ ਅਸੀਂ ਭਾਸ਼ਾ ਦੇ ਬਾਰੇ, ਖਾਸ ਕਰ ਪੰਜਾਬੀ ਭਾਸ਼ਾ ਦੇ ਬਾਰੇ ਥੋੜ੍ਹਾ ਡੀਪਲੀ ਗੱਲ ਕਰਾਂਗੇ, ਜਦੋਂ ਕਿਸੇ ਐਕਸਪਰਟ ਦੇ ਨਾਲ ਗੱਲ ਹੋਊਗੀ, ਹੈ ਨਾ, ਤੇ ਜਿਨ੍ਹਾਂ ਨੂੰ ਜ਼ਿਆਦਾ ਜਾਣਕਾਰੀ ਹੋਊਗੀ ਭਾਸ਼ਾ ਬਾਰੇ, ਤੇ ਜਦੋਂ ਉਹਨਾਂ ਦੇ ਨਾਲ ਗੱਲ ਕਰਾਂਗੇ ਫਿਰ ਅਸੀਂ ਮਤਲਬ ਜਿਹੜੇ ਅੱਖਰ ਆ ਉਹਨਾਂ ਬਾਰੇ ਡੀਪਲੀ ਗੱਲਾਂ ਕਰਾਂਗੇ, ਹੈ ਨਾ। ਪੰਜਾਬੀ ਭਾਸ਼ਾ ਦੇ ਪ੍ਰਤੀ ਸਾਡਾ ਪਿਆਰ ਹੋਣਾ ਚਾਹੀਦਾ ਆ, ਸਾਡਾ ਇੰਟਰਸਟ ਹੋਣਾ ਚਾਹੀਦਾ ਆ, ਸਾਨੂੰ ਪੰਜਾਬੀ ਭਾਸ਼ਾ ਦੀ ਰਿਸਪੈਕਟ ਹੋਣੀ ਚਾਹੀਦੀ ਆ ਤੇ ਇਹੀ ਤਰੀਕੇ ਦੇ ਨਾਲ ਅਸੀਂ ਪੰਜਾਬੀ ਭਾਸ਼ਾ ਨੂੰ ਬਚਾ ਸਕਦੇ ਹਾਂ, ਆਪਣੀ ਮਾਂ ਬੋਲੀ ਨੂੰ ਬਚਾ ਸਕਦੇ ਹਾਂ ਖ਼ਤਮ ਹੋਣ ਤੋਂ, ਹੈ ਨਾ। ਇਹ ਸੀਗਾ ਅੱਜ ਦਾ ਪੋਡਕਾਸਟ ਭਾਸ਼ਾ ਦੇ ਬਾਰੇ। ਉਮੀਦ ਹੈ ਤੁਹਾਨੂੰ ਸਾਰਿਆਂ ਨੂੰ ਵਧੀਆ ਲੱਗਿਆ ਹੋਊਗਾ
ਅਤੇ ਆਪਣੇ ਵਿਚਾਰ ਕਮੈਂਟਾਂ ਦੇ ਵਿੱਚ ਜ਼ਰੂਰ ਲਿਖਿਓ। ਕਿੱਦਾਂ ਦਾ ਲੱਗਾ ਪੋਡਕਾਸਟ, ਕਿੱਦਾਂ ਦਾ ਲੱਗਾ, ਚੰਗਾ ਲੱਗਾ, ਮਾੜਾ ਲੱਗਾ, ਜਾਂ ਜੋ ਗੱਲਾਂ ਕੀਤੀਆਂ ਜਾਂ ਜੋ ਵਿਚਾਰ ਰੱਖੇ ਆ ਉਹ ਚੰਗੇ ਲੱਗੇ ਜਾਂ ਮਾੜੇ ਲੱਗੇ, ਜਾਂ ਤੁਹਾਡੇ ਆਪਣੇ ਕੀ ਵਿਚਾਰ ਆ ਨਾ ਭਾਸ਼ਾ ਬਾਰੇ, ਅਤੇ ਜ਼ਰੂਰ ਕਮੈਂਟ ਦੇ ਵਿੱਚ ਲਿਖਿਓ ਅਤੇ ਸ਼ੇਅਰ ਕਰਿਓ, ਸਬਸਕ੍ਰਾਈਬ ਕਰਿਓ ਚੈਨਲ ਨੂੰ ਅਤੇ ਸਪੋਰਟ ਕਰਿਓ। ਅਤੇ ਬਸ ਇਹੀ ਆਸ ਆ, ਅਤੇ ਮਿਲਦੇ ਹਾਂ ਜੀ ਅਗਲੇ ਐਪੀਸੋਡ ਦੇ ਵਿੱਚ ਬਹੁਤ ਜਲਦੀ। ਸ਼ੁਕਰੀਆ, ਧੰਨਵਾਦ, ਖਿਆਲ ਰੱਖਿਓ ਆਪਣਾ, ਰੱਬ ਰਾਖਾ।